ਦੁਨੀਆ ਭਰ ਵਿੱਚ ਕਰੋਨਾ ਦਾ ਪ੍ਰਕੋਪ ਜਿਹੜਾ ਹੈ ਕਈ ਜਾਨਾਂ ਲੈ ਰਿਹਾ। ਉਹ ਸਾਰੀ ਦੁਨੀਆ ਨੂੰ ਇਹਨੇ ਲੋਕਡਾਊਨ ਕਰਕੇ ਰੱਖ ਦਿੱਤਾ ਹੈ। ਪਰ ਉਹਦੇ ਵਿੱਚੋਂ ਜਿਹੜੀ ਇੱਕ ਗੱਲ ਚੰਗੀ ਸਾਹਮਣੇ ਆ ਰਹੀ ਹੈ ਵੀ ਦੁਨੀਆ ਭਰ ਦਾ ਵਾਤਾਵਰਨ ਜਿਹੜਾ ਹੈ ਉਹ ਬੜਾ ਸਵੱਛ ਹੋ ਰਿਹਾ ਔਰ ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਤਸਵੀਰਾਂ ਆ ਰਹੀਆਂ, ਲੱਗਦਾ ਹੀ ਨਹੀਂ ਵੀ ਆਪਾਂ ਉਸੇ ਦੁਨੀਆ 'ਚ ਜੀ ਰਹੇ ਸੀ। ਔਰ ਇਸੇ ਸੰਦਰਭ ਵਿੱਚ 22 ਅਪ੍ਰੈਲ ਨੂੰ ਦੁਨੀਆ ਭਰ ਵਿੱਚ ਅਰਥ ਡੇ ਮਨਾਇਆ ਜਾ ਰਿਹਾ। ਉਹਦੇ ਸੰਬੰਧ ਵਿੱਚ ਕਰੋਨਾ ਦੌਰਾਨ ਜਿਹੜਾ ਅਰਥ ਡੇ ਹੈ ਉਹਦਾ ਕੀ ਮਨੋਰਥ ਹੋਊਗਾ, ਕੀ ਉਹਦੀ ਅਹਿਮੀਅਤ ਹੋਊਗੀ, ਇਸ ਸਾਰੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਜੀ ਨਾਲ। ਉਹ ਸਾਡੇ ਨਾਲ ਮੌਜੂਦ ਨੇ। ਪੰਨੂ ਸਾਹਿਬ, ਅਰਥ ਡੇ ਇਸ ਮਾਹੌਲ ਵਿੱਚ ਤੁਸੀਂ ਕਿਵੇਂ ਸਮਝਦੇ ਜੇ, ਕੀ ਇਹਦਾ ਅਰਥ ਰਹੇਗਾ? ਦੇਖੋ ਜੀ, ਜਿੰਨੀ ਲੁਕਾਈ ਦੁਨੀਆ ਦੇ ਵਿੱਚ ਜਿੰਦੀ ਹੈ ਉਹਦੀ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਕਦੇ ਪੈਦਾ ਨਹੀਂ ਹੋਇਆ ਕਿ ਸਾਰੀ ਦੀ ਸਾਰੀ ਦੁਨੀਆ ਜਿਹੜੀ ਹੈ ਉਹ ਲੋਕਡਾਊਨ ਹੋ ਜਾਏ, ਘਰਾਂ 'ਚ ਚਲੀ ਜਾਵੇ, ਸਾਰੀਆਂ ਜਿਹੜੀ ਆਵਾਜਾਈ ਦੇ ਸਾਧਨ ਬੰਦ ਹੋ ਜਾਣ, ਜਹਾਜ਼ ਬੰਦ ਹੋ ਜਾਣ, ਸਾਰਾ ਕੁਝ ਹੋ ਜਾਏ। ਸੋ ਪਹਿਲੀ ਵਾਰੀ ਹੋਇਆ। ਇਸ ਕਰਕੇ ਇਹਦਾ ਤਜਰਬਾ ਵੀ ਕਿ ਇਹਦਾ ਇਫੈਕਟ ਕੁਦਰਤ 'ਤੇ ਕਿਵੇਂ ਪੈਂਦਾ ਹੈ, ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਕੁਦਰਤ ਆਪਣੇ ਆਪ ਨੂੰ ਰਿਪੇਅਰ ਕਰ ਰਹੀ ਹੈ, ਆਪਣੇ ਆਪ ਨੂੰ ਤਰੋ-ਤਾਜ਼ਾ ਕਰ ਰਹੀ ਹੈ, ਆਪਣੇ ਆਪ ਨੂੰ ਤੰਦਰੁਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਉਹਦਾ ਇੰਪੈਕਟ ਜਿਹੜਾ ਹੈਗਾ ਉਹ ਸਾਰੇ ਪਾਸੇ ਬਹੁਤ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲਿਆ ਹੈ। ਸਾਡੀ ਹਵਾ ਸਾਫ਼ ਹੋਈ ਹੈ, ਸਾਡੇ ਪਾਣੀ ਸਾਫ਼ ਹੋਏ ਨੇ। ਤੁਸੀਂ ਦੇਖੋ, ਜਲੰਧਰ ਤੋਂ ਧੌਲਾ ਧਾਰ ਦੀਆਂ ਪਹਾੜੀਆਂ ਦਿਖਣੀਆਂ ਸ਼ੁਰੂ ਹੋ ਗਈਆਂ, ਚੰਡੀਗੜ੍ਹ ਤੋਂ ਕਸੌਲੀ ਦਿਖਣੀ ਬੰਦ ਹੋ ਗਈ ਸੀ, ਉਹ ਸ਼ੁਰੂ ਹੋ ਗਈ ਹੈ। ਅਤੇ ਛੋਟੇ ਛੋਟੇ ਪਰਿੰਦੇ, ਛੋਟੇ ਛੋਟੇ ਪੰਛੀ ਜਿਹੜੇ ਨੇ ਉਹ ਵਾਪਸ ਆਏ ਨੇ। ਅਤੇ ਕੁਦਰਤ ਇਸ ਤਰ੍ਹਾਂ ਲੱਗਦਾ ਜਿਵੇਂ ਕੁਦਰਤ ਮੋਲ ਰਹੀ ਹੈ, ਕੁਦਰਤ ਆਪਣੇ ਆਪ ਨੂੰ ਰਿਪੇਅਰ ਕਰਕੇ ਆਪਣੇ ਆਪ ਨੂੰ ਠੀਕ ਕਰ ਰਹੀ ਹੈ। ਤਾਂ ਇਹ ਇੱਕ ਸਬਕ ਬਹੁਤ ਵੱਡਾ ਲੁਕਾਈ ਨੂੰ ਮਿਲਿਆ ਹੈ ਕਿ ਜੇ ਅਸੀਂ ਆਪਣੇ ਪ੍ਰਾਥਮਿਕਤਾ ਨੂੰ ਥੋੜ੍ਹੀਆਂ ਚੇਂਜ ਕਰ ਦਈਏ, ਕਿਉਂਕਿ ਬੜੇ ਲੰਬੇ ਸਮੇਂ ਦੇ ਵਿੱਚ ਪੈਸੇ ਦੀ ਜਿਹੜੀ ਸਾਡੀ ਪ੍ਰਾਥਮਿਕਤਾ ਸੀਗੀ ਉਸ ਨੇ ਸਾਡੀ ਕੁਦਰਤ ਦਾ ਘਾਣ ਬਹੁਤ ਕੀਤਾ ਹੈ। ਕੁਦਰਤ ਨੂੰ ਕਿਉਂਕਿ ਕੋਈ ਰੋਕ ਟੋਕ ਨਹੀਂ ਹੁੰਦੀ ਅਤੇ ਅਸੀਂ ਬਹੁਤ ਉਹਦਾ ਨੁਕਸਾਨ ਕਰਦੇ ਹਾਂ, ਚਾਹੇ ਉਹ ਸਾਡੇ ਫੈਕਟਰੀਆਂ ਵਾਲੇ ਹੋਣ, ਚਾਹੇ ਸਾਡੇ ਵਹੀਕਲਸ ਹੋਣ, ਚਾਹੇ ਸਾਡੀ ਮਿਊਨਿਸਪੈਲਿਟੀਜ਼ ਹੋਣ, ਚਾਹੇ ਕਿਸਾਨ ਕਈ ਵਾਰੀ ਹੋਣ। ਸੋ ਹਰ ਇੱਕ ਬੰਦਾ ਉਹਦੇ 'ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ। ਪਰ ਹੁਣ ਜਦੋਂ ਨੁਕਸਾਨ ਰੁਕਿਆ ਤਾਂ ਸਾਨੂੰ ਇਹਦੀ ਅਹਿਮੀਅਤ ਦਾ ਪਤਾ ਲੱਗਿਆ ਕਿ ਕੁਦਰਤ ਕਿੰਨੀ ਅਹਿਮ ਹੈ। ਪਰ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਇਨਸਾਨ ਜਿਹੜਾ ਆ, ਮਨੁੱਖ ਜਿਹੜਾ, ਉਹਨੇ ਕੁਦਰਤ ਨੂੰ ਤੁਸੀਂ ਕਹਿ ਰਿਪੇਅਰ ਕਰਨ ਦੀ ਗੱਲ, ਇਹਦਾ ਮਤਲਬ ਕੁਦਰਤ 'ਚ ਵਿਗਾੜ ਜਿਹੜਾ ਲਿਆਉਣ 'ਚ ਅਸੀਂ ਜ਼ਿੰਮੇਵਾਰ ਹਾਂ? ਬਿਲਕੁਲ ਜੀ, ਬਿਲਕੁਲ। ਕੁਦਰਤ ਦੇ ਵਿੱਚ ਜਿਹੜਾ ਵਿਗਾੜ ਆਇਆ ਹੈਗਾ ਉਹ ਇਨਸਾਨ ਹਜ਼ਾਰਾਂ ਲੱਖਾਂ ਸਾਲਾਂ ਤੋਂ ਇਸ ਦੁਨੀਆ 'ਤੇ ਰਹਿ ਰਿਹਾ। ਪਰ ਪਿਛਲੇ 100-150 ਸਾਲ ਦੇ ਵਿੱਚ ਜਦੋਂ ਦਾ ਇੰਡਸਟਰੀਅਲ ਰੈਵੋਲਿਊਸ਼ਨ ਆਇਆ ਉਸ ਤੋਂ ਬਾਅਦ ਕੁਦਰਤ ਨਾਲ ਖਿਲਵਾੜ ਹੋਣਾ ਸ਼ੁਰੂ ਹੋਇਆ, ਕੁਦਰਤ ਨਾਲ ਵਿਗਾੜ ਪੈਣਾ ਸ਼ੁਰੂ ਹੋਇਆ। ਇਨਸਾਨ ਦੀ ਇੱਕ ਦੌੜ ਸ਼ੁਰੂ ਹੋਈ, ਜਿਹੜੀ ਪੈਸੇ ਦੀ ਦੌੜ ਸੀ, ਜਿਹੜੀ ਤਰੱਕੀ ਦੀ ਦੌੜ ਸੀ। ਉਸ ਦੌੜ ਦੇ ਵਿੱਚ ਕੁਦਰਤ ਨੂੰ ਅਸੀਂ ਇੱਕ ਬੇਗਾਨਗੀ ਅਤੇ ਅਹਿਸਾਸ ਨਾਲ ਦੇਖਿਆ ਅਤੇ ਉਹਦੀ ਇੰਪੋਰਟੈਂਸ ਨਹੀਂ ਸਮਝੀ। ਹਾਲਾਂਕਿ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਗ੍ਰੰਥਾਂ 'ਚ, ਸਾਡੇ ਵੇਦਾਂ 'ਚ ਬੜੇ ਪੁਰਾਣੇ ਸਮੇਂ ਤੋਂ ਇਹ ਗੱਲਾਂ ਲਿਖੀਆਂ ਨੇ ਕਿ ਕੁਦਰਤ ਸਭ ਤੋਂ ਇੰਪੋਰਟੈਂਟ ਹੈ। ਜੋ ਬਾਬੇ ਨਾਨਕ ਨੇ ਕਿਹਾ ਉਹ ਤਾਂ ਸਿਰੇ ਵਾਲੀ ਗੱਲ ਹੀ ਕਹੀ ਸੀ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਵੀ ਉਸ ਤੋਂ ਵੱਡੀ ਕੋਈ ਚੀਜ਼ ਹੀ ਨਹੀਂ ਹੋ ਸਕਦੀ। ਪਰ ਅਸੀਂ ਆਪਣੀ ਇਸ ਦੌੜ ਦੇ ਵਿੱਚ ਉਸ ਨੂੰ ਪਿੱਛੇ ਛੱਡ ਦਿੱਤਾ ਸੀ ਅਤੇ ਉਹਦਾ ਖਮਿਆਜਾ ਭੁਗਤਿਆ, ਲੋਕਾਂ ਨੇ ਖਮਿਆਜਾ ਭੁਗਤਿਆ। ਇਹ ਜਿਹੜੀਆਂ ਆਹ ਬਿਮਾਰੀਆਂ ਵੀ ਨੇ ਇਹ ਕਿਤੇ ਨਾ ਕਿਤੇ ਕੁਦਰਤ ਨਾਲ ਜੁੜੀਆਂ ਹੋਈਆਂ ਨੇ। ਪਰ ਪੰਨੂ ਸਾਹਿਬ, ਕਿਸੇ ਵੇਲੇ ਸਾਈਕਲ ਸੀ, ਮਰੂਤੀ ਆਈ, ਕਾਰਾਂ ਆਈਆਂ, ਜਹਾਜ਼ ਆਏ, ਹੋਰ ਟੈਕਨੋਲੋਜੀ ਐਡਵਾਂਸ ਹੋਈ। ਇਹ ਐਡਵਾਂਸ ਤੇ ਸਮੇਂ ਮੁਤਾਬਕ ਤੇ ਸਾਰਾ ਕੁਝ ਚੇਂਜ ਹੁੰਦਾ ਹੀ ਹੈ ਨਾ। ਤੁਹਾਡੇ ਮੁਤਾਬਕ ਜਹਾਜ਼ ਦੀ ਥਾਂ ਤੇ ਸਾਈਕਲ ਹੀ ਰਹਿੰਦੇ। ਮਤਲਬ ਇਹ ਕਿਵੇਂ ਆਪਾਂ ਇਹਨੂੰ ਇੱਦਾਂ ਵਖਰੇਵਾਂ ਕਰਾਂਗੇ? ਨਹੀਂ, ਇਹ ਨਹੀਂ ਕਿ ਤੁਸੀਂ ਜਦੋਂ ਤਰੱਕੀ ਕਰਦੇ ਹੋ ਤਾਂ ਤਰੱਕੀ ਕਿਹੜੀ ਕੋਸਟ 'ਤੇ ਹੁੰਦੀ ਹੈ। ਹੁਣ ਤੁਸੀਂ ਦੇਖੋ, ਅੱਜ ਕੱਲ੍ਹ ਕਰੋਨਾ ਫੈਲਿਆ ਹੋਇਆ, ਆਪਾਂ ਜਿਹੜੀ ਵੀ ਗੱਲ, ਆਪਾਂ ਦੋ ਜਣੇ ਗੱਲ ਕਰ ਰਹੇ ਹਾਂ, ਪਰ ਸਾਡੀ ਪਹਿਲੀ ਪ੍ਰਾਥਮਿਕਤਾ ਕਰੋਨਾ ਸੀ ਕਿ ਉਹ ਤੋਂ ਬਚਾ ਕਿਵੇਂ ਕਰਨਾ, ਫਿਰ ਆਪਣੀ ਗੱਲ ਕਰਨੀ ਹੈ। ਅੱਜ ਅਸੀਂ ਕਿਸਾਨੀ ਮੰਡੀਆਂ ਦੇ ਵਿੱਚ ਆਈ ਹੈ, ਪਹਿਲਾਂ ਕਰੋਨਾ ਨੂੰ ਆਪਾਂ ਦੇਖ ਕੇ ਤਾਂ ਅਗਲੀ ਗੱਲ ਸ਼ੁਰੂ ਕੀਤੀ ਹੈ। ਸੋ ਗੱਲ ਪ੍ਰਾਥਮਿਕਤਾ ਦੀ ਹੁੰਦੀ ਹੈ। ਅਸੀਂ ਜੇ ਸਾਰੇ ਦਾ ਸਾਰਾ ਕੰਮ ਸਭ ਤੋਂ ਪਹਿਲਾਂ ਕੁਦਰਤ ਨੂੰ ਮੱਦੇਨਜ਼ਰ ਰੱਖ ਕੇ ਕਰੀਏ ਕਿ ਖਿਲਵਾੜ ਕੁਦਰਤ ਨਾਲ ਕਿਵੇਂ ਨਹੀਂ ਹੋਏਗਾ, ਫਿਰ ਅਗਲੀ ਗੱਲ ਕਰੀਏ, ਫਿਰ ਇਹ ਕੰਮ ਠੀਕ ਹੋ ਸਕਦਾ। ਇਹਦਾ ਮਤਲਬ ਹੈ ਸੰਤੁਲਨ ਜਿਹੜਾ ਹੈ ਉਹ ਕੁਦਰਤ ਨੂੰ ਪ੍ਰਾਇਓਰਿਟੀ ਰੱਖ ਕੇ ਸੰਤੁਲਨ ਬਣਾਉਣਾ ਪਏਗਾ, ਨਾ ਕਿ ਤਰੱਕੀ ਨੂੰ ਪ੍ਰਾਇਓਰਿਟੀ ਰੱਖ ਕੇ ਸੰਤੁਲਨ ਬਣਾਉਣਾ। ਜੇ ਕੁਦਰਤ ਨੂੰ ਆਪਾਂ ਪ੍ਰਾਇਓਰਿਟੀ ਰੱਖ ਕੇ ਸੰਤੁਲਿਤ ਬਣਾਵਾਂਗੇ ਤਾਂ ਫਿਰ ਉਸੇ ਤਰੀਕੇ ਨਾਲ ਅਸੀਂ ਕੁਦਰਤ ਨੂੰ ਰੀਜੂਵੀਨੇਟ ਕਰਨ ਦੇ ਵਿੱਚ, ਕੁਦਰਤ ਨੂੰ ਤੰਦਰੁਸਤ ਕਰਨ ਦੇ ਵਿੱਚ ਆਪਣਾ ਰੋਲ ਜਿਹੜਾ ਇਨਸਾਨ ਨੇ ਪਾਉਣਾ ਹੈਗਾ ਉਹ ਡੈਫੀਨਿਟਲੀ ਫਿਰ ਪਏਗਾ। ਆਪਾਂ ਪੰਜਾਬ 'ਤੇ ਆਈਏ। ਪੰਜਾਬ ਦਾ ਪਾਣੀ ਗੰਧਲਾ ਹੋ ਗਿਆ, ਜ਼ਹਿਰੀਲਾ ਹੋ ਗਿਆ, ਪਾਣੀ ਹੇਠਾਂ ਚੱਲ ਗਿਆ। ਇਹ ਸਾਰੀ ਪ੍ਰਕਿਰਿਆ ਕਰੋਨਾ ਨਾਲ ਜਿਹੜਾ ਲੋਕਡਾਊਨ ਚੱਲ ਰਿਹਾ, ਪੰਜਾਬ 'ਤੇ ਕੀ ਇਹਦਾ ਅਸਰ ਪਏਗਾ?
ਦੇਖੋ ਪੰਜਾਬ ਦੇ ਉੱਤੇ ਇਹ ਦੇਖੋ ਕਿ ਸਾਡੇ ਕੋਲ ਜਿਹੜੀ ਹਵਾ ਨੂੰ ਅਸੀਂ ਮਾਪਦੇ ਹਾਂ, ਉਸ ਨੂੰ ਹਵਾ ਨੂੰ ਮਾਪਣ ਦਾ ਪੈਮਾਨਾ AQI ਹੁੰਦਾ, 에ਅਰ ਕੁਆਲਿਟੀ ਇੰਡੈਕਸ। ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਦਾ ਸਾਡੇ ਕੋਲ ਜਿਹੜਾ ਡਾਟਾ, ਜੇ ਪੁਰਾਣਾ ਨਾ ਵੀ ਛੇੜੀਏ, 10 ਸਾਲਾਂ ਦੇ ਡਾਟੇ ਦੇ ਵਿੱਚ ਸਾਡੇ ਕੋਲ ਪੰਜਾਬ ਦੇ ਵਿੱਚ ਕਿਸੇ ਵੀ ਦਿਨ ਜਿਹੜੀ AQI ਹੈ ਉਹ 125 ਤੋਂ ਘੱਟ ਨਹੀਂ ਹੁੰਦੀ। ਉਹਨਾਂ ਦਿਨਾਂ 'ਚ ਨਵੰਬਰ ਦਸੰਬਰ ਦੇ ਦਿਨਾਂ ਦੇ ਵਿੱਚ ਤਾਂ ਇਹ ਵੱਧ ਕੇ 450 ਤੱਕ ਵੀ ਪਹੁੰਚ ਜਾਂਦੀ ਹੈ। 500 ਤੋਂ ਵੱਧ ਨਹੀਂ ਜਾ ਸਕਦੀ, ਪੈਮਾਨਾ 500 ਤੱਕ ਹੀ, ਉੱਥੇ ਤੱਕ ਵੀ ਚਲੀ ਜਾਂਦੀ ਹੈ। ਕਈ ਵਾਰੀ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ। ਪਰ ਪਹਿਲੀ ਵਾਰੀ ਹੈ ਕਿ ਇਹ ਲੋਕਡਾਊਨ ਦੇ ਵਿੱਚ ਇਹ ਜਿਹੜੀ ਸੀ, ਕਿਉਂਕਿ ਅਸੀਂ ਪਹਿਲਾਂ ਡਿਸਕਸ਼ਨ ਕਰਦੇ ਹੁੰਦੇ ਸੀ ਕਿ ਹਿੰਦੁਸਤਾਨ ਦੇ ਵਿੱਚ 100 ਤੋਂ ਘੱਟ ਨਹੀਂ ਆ ਸਕਦੀ, ਕਿਉਂਕਿ ਇੱਥੇ ਧੂੜ ਉੱਡਦੀ ਹੈ, ਇੱਥੇ ਫਲਾਣਾ ਹੁੰਦਾ ਜੀ, ਟਿਕੜਾ ਹੁੰਦਾ। ਯੂਰਪ ਦੇ ਵਿੱਚ ਇਹ 35 40 ਜਾਂ 50 ਤੋਂ ਘੱਟ ਹੁੰਦੀ ਸੀ। ਪਰ ਸਾਨੂੰ ਇਹ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਇਹ 35 40 ਦੇ ਉੱਤੇ ਆ ਗਈ ਹੈ। ਸੋ ਅਸੀਂ ਇਹਦਾ ਬੇਸਲ ਲੈਵਲ ਜਿਹੜਾ ਹੈ ਉਹ ਲੱਭਣ ਦੇ ਵਿੱਚ ਕਾਮਯਾਬ ਹੋਏ ਹਾਂ ਕਿ ਨਹੀਂ, ਇਹ ਜਦ ਅੱਗੇ ਤੋਂ ਕੋਈ ਵੀ ਪਾਲਿਸੀ ਬਣਨੀ ਹੈ, ਕੋਈ ਵੀ ਚੀਜ਼ ਬਣਨੀ ਹੈ, ਤਾਂ ਇਸ ਬੇਸ ਲੈਵਲ ਨੂੰ ਮੱਦੇ ਰੱਖ ਕੇ ਬਣਨੀ ਹੈ। ਸੋ ਇਹ ਤਾਂ ਸਾਡਾ ਹਵਾ ਦਾ ਸੀਗਾ ਕਿ ਹਵਾ ਬਹੁਤ ਹੀ ਵਧੀਆ ਹੋਈ ਹੈ। ਤੋ ਹਵਾ ਦੇ ਵਧੀਆ ਹੋਣ ਦਾ ਜਿਹੜਾ ਇਫੈਕਟ ਹੈ ਹਿਊਮਨ ਬੀਇੰਗਸ ਤੇ, ਲੋਕਾਂ ਤੇ, ਪਸ਼ੂ ਪੰਛੀਆਂ ਤੇ, ਇਹਦਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਜੇ ਚੰਗੀ ਹਵਾ ਦੇ ਵਿੱਚ ਆਪਾਂ ਆਕਸੀਜਨ ਸਾਹ ਲੈ ਰਹੇ ਹਾਂ ਤਾਂ ਉਹਦੇ ਨਾਲ ਸਾਡੀ ਜਿਹੜੀ ਸਾਡੀ ਤੰਦਰੁਸਤੀ ਹੈ ਉਹ ਜ਼ਿਆਦਾ ਵਧੀਆ ਰਹਿੰਦੀ ਹੈ, ਸਿਹਤ ਠੀਕ ਰਹਿੰਦੀ ਹੈ। ਇਹਦਾ ਇੰਪੈਕਟ ਵੀ ਪਤਾ ਲੱਗੇਗਾ। ਦੂਜਾ ਰਿਹਾ ਸਾਡਾ ਪਾਣੀ। ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਜਿਹੜੇ ਡਰੇਨਸ ਨੇ, ਚਾਹੇ ਬੁੱਢਾ ਨਾਲਾ ਹੋਵੇ, ਚਾਹੇ ਕਾਲਾ ਸੰਘਿਆ ਡਰੇਨ ਹੋਵੇ, ਚਾਹੇ ਲਸਾੜਾ ਡਰੇਨ ਹੋਵੇ, ਚਾਹੇ ਤੁੰਗਢਾਬ ਡਰੇਨ ਹੋਵੇ, ਇਹ ਅਲੱਗ-ਅਲੱਗ ਸ਼ਹਿਰਾਂ 'ਚੋਂ ਨਿਕਲਦੀਆਂ ਨੇ। ਚਿੱਟੀ ਵੇਈ ਹੋਵੇ, ਹੋਲੀ ਵੇਈ ਹੋਵੇ, ਜਾਂ ਸਾਊਥ ਵੈਸਟ ਪੰਜਾਬ ਦੀਆਂ ਜਿਹੜੀਆਂ ਕਾਫੀ ਡਰੇਨਸ ਨੇ ਜਿਹੜੀਆਂ ਕਿ ਬਹੁਤ ਗੰਦੀਆਂ ਹੋ ਚੁੱਕੀਆਂ ਸੀ। ਬੁੱਢੇ ਨਾਲੇ ਕਰਕੇ ਤਾਂ ਦਰਿਆ ਸਤਲੁਜ ਦਾ ਨੁਕਸਾਨ ਹੁੰਦਾ ਸੀ, ਘੱਗਰ ਦਰਿਆ ਦਾ ਨੁਕਸਾਨ ਹੁੰਦਾ ਸੀ, ਜਿਹਦੇ ਵਾਸਤੇ NGT, ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ, ਉਹ ਸਾਰੇ ਇਸ ਦਾ ਇੱਕ ਪੋਲਿਊਸ਼ਨ ਕੰਟਰੋਲ ਬੋਰਡ ਪੰਜਾਬ ਦਾ ਵੀ, ਸੈਂਟਰਲ ਦਾ ਵੀ, ਉਹ ਸਾਰੇ ਇਹਦੀ ਇੱਕ ਸੰਗਿਆਨ ਲੈਂਦੇ ਸੀ, ਇਹਦੇ ਉੱਤੇ ਐਕਸ਼ਨ ਕਰਦੇ ਸੀ, ਇਹਦੇ ਉੱਤੇ ਕਿਸੇ ਨੂੰ ਫਾਈਨ ਕਰੋ, ਕਿਸੇ ਨੂੰ ਕੁਛ ਕਰੋ। ਪਰ ਇਹਨਾਂ ਦਿਨਾਂ 'ਚ, ਲੋਕਡਾਊਨ ਦੇ ਦਿਨਾਂ 'ਚ ਮੈਂ ਦੱਸਣਾ ਚਾਹਾਂਗਾ ਕਿ ਇਹ ਸਾਰੀਆਂ ਦੀ ਸਾਰੀਆਂ ਆਪਣੇ ਆਪ ਕਾਫੀ ਸਾਫ਼ ਹੋ ਗਈਆਂ। ਅਤੇ ਸਾਫ਼ ਹੋ ਕੇ ਇਹਨਾਂ ਦਾ ਅਸੀਂ ਪਿੱਛੇ ਜੇ ਟੈਸਟ ਵੀ ਕੀਤੇ ਨੇ, ਟੈਸਟ ਕਰਕੇ ਦੇਖੇ ਨੇ ਕਿ ਵੀ ਇਹ ਕਿੱਥੇ ਤੱਕ ਠੀਕ ਹੋ ਕੇ ਜਾ ਸਕਦਾ। ਤਾਂ ਜਿਹੜੀਆਂ ਨੋਰਮਲ ਲਿਮਿਟਸ ਨੇ ਇਹਦੀਆਂ COD ਅਤੇ BOD ਦੀਆਂ, ਉਹਨਾਂ ਦੇ ਵਿਚਕਾਰ ਆ ਗਏ ਨੇ। ਸਾਡੇ ਜਿਹੜੇ STP ਚੱਲਦੇ ਨੇ ਸ਼ਹਿਰਾਂ ਦੇ ਵਿੱਚ, ਆਪਣਾ ਸੀਵਰੇਜ ਟਰੀਟਮੈਂਟ ਪਲਾਂਟ, ਉਹਨਾਂ ਦਾ ਜਿਹੜਾ ਆਊਟਕਮ ਹੈ ਉਹ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ 10 BOD ਉਹਦੇ 'ਚ ਹੋਣੀ ਚਾਹੀਦੀ ਹੈ, COD ਦਾ ਪੱਧਰ ਉਹਦਾ 100 ਤੋਂ ਘੱਟ ਹੋਣਾ ਚਾਹੀਦਾ, ਉਹ ਅਚੀਵ ਹੋ ਗਿਆ। ਸੋ ਐਜ਼ ਏ ਰਿਜ਼ਲਟ ਬੁੱਢਾ ਨਾਲਾ ਜਦੋਂ ਹੁਣ ਜਾ ਕੇ ਬਿਆਸ ਦਰਿਆ ਨੂੰ ਮਿਲਦਾ ਹੈ, ਸਤਲੁਜ ਦਰਿਆ ਨੂੰ ਮਿਲਦਾ ਹੈ, ਤਾਂ ਉਹ ਦੋਨੇ ਦਰਿਆ ਇਕੱਠੇ ਹੋ ਕੇ ਹਰੀਕੇ 'ਤੇ ਜਾਂਦੇ ਨੇ। ਜਿੱਥੇ ਪਹਿਲਾਂ ਬਿਲਕੁਲ ਪਤਾ ਲੱਗਦਾ ਸੀ ਕਿ ਇਹ ਲੁਧਿਆਣੇ ਸ਼ਹਿਰ 'ਚੋਂ ਨਿਕਲ ਕੇ ਸਤਲੁਜ ਆ ਰਿਹਾ ਅਤੇ ਬਿਆਸ ਦੂਸਰੇ ਪਾਸੇ ਤੋਂ ਆਉਂਦਾ ਸੀ, ਅਤੇ ਉਹ ਹੁਣ ਜਿੱਥੇ ਉੱਥੇ ਕਾਲਾ ਨਜ਼ਰ ਆਉਂਦਾ ਸੀ, ਉਹ ਕਾਲਾ ਨਜ਼ਰ ਆਉਣਾ ਘਟ ਗਿਆ। ਸੋ ਸਾਡੇ ਜਿਹੜੀ ਇਹ ਚੀਜ਼ਾਂ ਨੇ ਸਾਫ਼ ਹੋ ਗਈਆਂ। ਉਹਦਾ ਕਾਰਨ ਇੱਕ ਬਹੁਤ ਬੜਾ ਫੈਕਟਰੀਆਂ ਦਾ ਬੰਦ ਹੋਣਾ। ਫੈਕਟਰੀਆਂ ਦੇ ਬੰਦ ਹੋਣ ਨਾਲ ਇਹ ਹੋਇਆ। ਤੀਜਾ ਕਿ ਜਿਹੜਾ ਸਾਡਾ ਮਿਊਨਿਸਪਲ ਸੋਲਿਡ ਵੇਸਟ ਹੈ, ਜਿਹੜਾ ਕੂੜਾ ਕਰਕਟ ਹੈ, ਉਹਦੇ 'ਚ ਜਿਹੜਾ ਬਹੁਤ ਜ਼ਿਆਦਾ ਪਲਾਸਟਿਕ ਅਤੇ ਹੋਰ ਕਚਰਾ, ਉਹ ਚੀਜ਼ਾਂ ਘਟੀਆਂ ਨੇ ਅੱਜ ਕੱਲ੍ਹ, ਕਿਉਂਕਿ ਲੋਕ ਉਹ ਦੁਕਾਨਾਂ ਉਸ ਤਰ੍ਹਾਂ ਦੀ ਬੰਦ ਹੋ ਗਈਆਂ, ਉਸ ਤਰ੍ਹਾਂ ਦਾ ਖਾਣਾ ਪੀਣਾ ਬੰਦ ਹੋ ਗਿਆ, ਅਤੇ ਉਹ ਪਲਾਸਟਿਕ ਦਾ ਕਚਰਾ ਜਿਹੜਾ ਹੈਗਾ ਉੱਥੇ ਵੀ ਘਟਿਆ। ਤੁਸੀਂ ਇਹਦਾ ਪੋਲਿਊਸ਼ਨ ਦਾ ਮੁੱਖ ਕਾਰਨ ਜਿਹੜਾ ਇੰਡਸਟਰੀ ਅਤੇ ਜਿਹੜੇ ਵਾਹਨ ਬਹੁਤ ਨੇ, ਇਹਨਾਂ 'ਚ ਕਿਹੜਾ ਪ੍ਰਮੁੱਖ ਹੈ? ਦੇਖੋ, ਪ੍ਰਮੁੱਖ ਸਾਰੇ ਨੇ, ਪ੍ਰਮੁੱਖ ਵਾਹਨ ਵੀ ਨੇ। ਵਾਹਨਾਂ ਦੇ ਉੱਤੇ ਭਾਰਤ ਸਰਕਾਰ ਨੇ ਹੁਣ ਕਾਫੀ ਰੋਕ ਟੋਕ ਲਾ ਕੇ ਇਹਨਾਂ ਦੇ ਜਿਹੜੇ ਸਟੈਂਡਰਡ ਨੇ ਮਿਸ਼ਨ ਦੇ, ਉਹ ਇੰਪਰੂਵ ਕੀਤੇ ਨੇ। BS4, BS5 ਉਸ ਤਰ੍ਹਾਂ ਦੇ ਆਏ ਨੇ। ਇੰਡਸਟਰੀ ਦੇ ਵਿੱਚ ਵੀ ਪੰਜਾਬ ਨੇ ਕਾਫੀ ਕੰਮ ਕੀਤਾ ਕਿ ਜਿਵੇਂ ਭੱਠੇ ਸੀਗੇ, ਬਹੁਤ ਵੱਡੀ ਇੰਡਸਟਰੀ ਸੀਗੀ, ਉਹਨਾਂ ਦੇ ਵਿੱਚ ਜ਼ਿਗਜ਼ੈਗ ਟੈਕਨੋਲੋਜੀ ਲਾ ਕੇ ਉਹਨਾਂ ਦਾ ਪੋਲਿਊਸ਼ਨ ਦਾ ਦਰ ਘਟਾਇਆ। ਕਾਫੀ ਸ਼ਹਿਰਾਂ ਦੇ ਵਿੱਚ ਸਾਡੇ ਹੁਣ CNG ਗੈਸ ਆ ਰਹੀ ਹੈ, ਉੱਥੇ ਕੋਲੇ ਤੋਂ CNG ਗੈਸ 'ਤੇ ਜਿਹੜਾ ਹੈਗਾ ਉਹ ਚਲਾ ਜਾਏਗਾ। ਸੋ ਇੰਡਸਟਰੀ ਵੀ ਹੈ। ਸਭ ਤੋਂ ਵੱਡਾ ਕਾਰਨ ਤਾਂ ਹਿਊਮਨ ਬੀਇੰਗ ਹੈ। ਹਿੰਦੁਸਤਾਨ ਦੀ ਆਬਾਦੀ ਤੁਸੀਂ ਦੇਖੋ 135 ਕਰੋੜ ਦੇ ਕਰੀਬ ਹੋ ਗਈ ਹੈ, ਅਤੇ ਦੁਨੀਆ ਦੀ ਆਬਾਦੀ 800 ਕਰੋੜ 'ਤੇ ਪਹੁੰਚ ਗਈ ਹੈ। ਪਹਿਲੀ ਵਾਰੀ ਹੋਇਆ ਹਿਸਟਰੀ 'ਚ ਕਿ ਇੰਨੀ ਜ਼ਿਆਦਾ ਆਬਾਦੀ ਹੋ ਗਈ। ਇਹ ਨੈਚੁਰਲ ਹੈ ਕਿ ਜਦੋਂ ਤੁਸੀਂ 800 ਕਰੋੜ ਲੋਕ ਇੱਥੇ ਧਰਤੀ 'ਤੇ ਤੁਰੇ ਫਿਰਨਗੇ, ਕੋਈ ਨਾ ਕੋਈ ਕੰਮ ਕਰਨਗੇ, ਕੋਈ ਕੰਸਟਰਕਸ਼ਨ ਕਰਨਗੇ, ਕੋਈ ਵਹੀਕਲ ਚਲਾਉਣਗੇ, ਤਾਂ ਪੋਲਿਊਸ਼ਨ ਹੋਣਾ ਹੀ ਹੋਣਾ ਲਾਜ਼ਮੀ ਹੈ। ਸੋ ਇਸ ਪੋਲਿਊਸ਼ਨ ਨੂੰ ਮੱਦੇਨਜ਼ਰ ਰੱਖ ਕੇ ਹੀ ਫਿਊਚਰ ਦੀ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਹਰ ਇੱਕ ਐਕਟੀਵਿਟੀ ਇਨਸਾਨ ਨੂੰ ਉਸ ਨੂੰ ਨੇਚਰ ਨੂੰ ਮੱਦੇਨਜ਼ਰ ਰੱਖ ਕੇ ਜੇ ਆਪਾਂ ਕਰਾਂਗੇ ਤਾਂ ਹੀ ਅੱਗੇ ਤੋਂ ਕਾਮਯਾਬ ਹੋਵਾਂਗੇ। ਸਭ ਕਾਮਨਾ ਕਰਦੇ ਹਾਂ ਵੀ ਕਰੋਨਾ ਜਲਦੀ ਖਤਮ ਹੋਵੇ, ਲੋਕਡਾਊਨ ਟੁੱਟੇ, ਲੋਕਾਂ ਦੇ ਰੁਜ਼ਗਾਰ ਖਤਮ ਹੋ ਗਏ ਨੇ, ਸਾਰਾ ਸਿਸਟਮ ਖਤਮ ਹੋ ਗਿਆ, ਕਲੈਪਸ ਹੋ ਰਿਹਾ। ਪਰ ਤੁਸੀਂ ਇਹ ਦੱਸੋ ਵੀ ਇਹ ਤਾਂ ਇੱਦਾਂ ਹੀ ਚੱਲੇਗਾ? ਹਸਪਤਾਲ ਵੀ ਚੱਲਣਗੇ, ਇੰਡਸਟਰੀ ਵੀ ਚੱਲੇਗੀ, ਵਾਹਨ ਵੀ ਚੱਲਣਗੇ, ਪਰ ਕਿਵੇਂ ਆਪਾਂ ਰੋਕ ਲਾਂਗੇ?
ਮਤਲਬ ਮੰਨ ਲਈਏ 3 ਮਈ ਤੋਂ ਲੋਕਡਾਊਨ ਖਤਮ ਹੋ ਜਾਂਦਾ ਤੇ ਕਿਵੇਂ ਆਪਾਂ ਇਹ ਜਿਹੜਾ ਵਾਤਾਵਰਨ ਮਾਹੌਲ ਹੈ ਕਿਵੇਂ ਮੇਨਟੇਨ ਕਰਾਂਗੇ? ਦੇਖੋ, ਇੱਕ ਤਾਂ ਸਾਨੂੰ ਇਹ ਪਤਾ ਲੱਗਿਆ ਕਿ ਕੁਦਰਤ ਨੂੰ ਜਿਹੜਾ ਰਿਪੇਅਰ ਹੈ, ਰੀਜੂਵੀਨੇਸ਼ਨ ਹੈ, ਕੁਦਰਤ ਨੇ ਤੰਦਰੁਸਤ ਜਿਹੜਾ ਹੋਣਾ ਉਹ ਇਨਸਾਨ ਨਹੀਂ ਕਰ ਸਕਦਾ, ਕੁਦਰਤ ਨੇ ਖੁਦ ਕਰਨਾ ਹੈ। ਸੋ ਸਾਨੂੰ ਕੁਦਰਤ ਨੂੰ ਇੱਕ ਹਰੇਕ ਮਹੀਨੇ ਕਹਿ ਲਈਏ ਇੱਕ ਵਿੰਡੋ ਦੇਣੀ ਪਏਗੀ, ਇੱਕ ਉਸ ਤਰ੍ਹਾਂ ਦੀ ਝਰੂਖਾ ਦੇਣਾ ਪਏਗਾ ਕਿ 2 ਦਿਨ, ਮੇਰਾ ਵਿਚਾਰ ਇਹ ਹੈ ਕਿ ਹਰੇਕ ਮਹੀਨੇ ਦੇ ਲਾਸਟ ਸੈਟਰਡੇ ਸੰਡੇ ਸਾਨੂੰ ਆਪਣੇ ਆਪ ਸਮਾਜ ਨੂੰ, ਲੋਕਾਂ ਨੂੰ, ਸਰਕਾਰਾਂ ਨੂੰ ਲੋਕਡਾਊਨ ਡਿਕਲੇਅਰ ਕਰਨਾ ਚਾਹੀਦਾ, ਤਾਂ ਕਿ ਇਨਸਾਨੀ ਐਕਟੀਵਿਟੀ ਸਿਰਫ ਮਹੀਨੇ 'ਚ 30 ਚੋਂ 28 ਦਿਨ ਚੱਲੇ। 2 ਦਿਨ ਅਸੀਂ ਕੁਦਰਤ ਨੂੰ ਦਈਏ ਤਾਂ ਕਿ ਕੁਦਰਤ ਉਹਨਾਂ 2 ਦਿਨਾਂ 'ਚ ਰਿਪੇਅਰ ਕਰ ਸਕੇ। ਮਤਲਬ 2 ਦਿਨ ਇੰਡਸਟਰੀ ਵੀ ਬੰਦ ਰਹੇ ਤੇ ਵਾਹਨ ਵੀ ਬੰਦ ਰਹੇ, ਜਿਵੇਂ ਹੁਣ ਲੋਕਡਾਊਨ ਇਦਾਂ ਰਵੇ। ਦੇਖੋ, ਜੇ ਤੁਹਾਨੂੰ ਕੁਦਰਤ ਨੇ ਫੋਰਸ ਕਰਕੇ ਲੋਕਡਾਊਨ ਕਰਾਉਣਾ ਹੈ, ਉਸ ਨਾਲੋਂ ਤਾਂ ਬਿਹਤਰ ਅਸੀਂ ਹੈ ਕਿ ਅਸੀਂ ਉਹਨੂੰ ਰੈਗੂਲੇਟਡ ਲੋਕਡਾਊਨ ਕਰ ਲਈਏ। ਸੋ 2 ਦਿਨ ਸਾਰੀਆਂ ਜਹਾਜ਼ਾਂ ਤੋਂ ਲਾ ਕੇ, ਟ੍ਰੇਨਾਂ ਤੋਂ ਲਾ ਕੇ ਸਾਰਾ ਕੁਝ ਜੇ ਉਸ ਤਰ੍ਹਾਂ ਬੰਦ ਹੋਵੇ ਤਾਂ ਇਹ ਕੁਦਰਤ ਨੂੰ ਆਪਾਂ ਠੀਕ ਕਰ ਸਕਦੇ ਹਾਂ। ਨਹੀਂ ਤਾਂ ਕਰੋਨਾ ਵਰਗੀਆਂ ਹੋਰ ਭਿਆਨਕ ਬਿਮਾਰੀਆਂ ਸਾਇੰਟਿਸਟ ਸਾਨੂੰ ਦੱਸ ਰਹੇ ਨੇ ਕਿ ਆਉਣ ਵਾਲੇ ਹੋਰ ਤਿਆਰ ਨੇ। ਪਰ ਪੰਨੂ ਸਾਹਿਬ, ਜੋ ਪਤਾ ਲੱਗ ਰਿਹਾ ਵੀ ਭਾਰਤ ਸਰਕਾਰ ਵੀ ਸੋਚ ਰਹੀ, ਪੰਜਾਬ ਸਰਕਾਰ ਸੋਚ ਰਹੀ ਵੀ ਆਉਣ ਵਾਲੇ ਦਿਨਾਂ 'ਚ ਸਾਨੂੰ ਸ਼ਾਇਦ ਦਫ਼ਤਰਾਂ ਨੂੰ 10 ਘੰਟੇ ਚਲਾਉਣਾ ਪਵੇ, ਜਿਹੜਾ ਪਿਛਲਾ ਬੈਕਲੌਗ ਰਹਿ ਗਿਆ। ਤੁਸੀਂ ਕਹਿੰਦੇ ਜੇ 2 ਦਿਨ ਬੰਦ ਹੀ ਕਰਦੀ ਹੈ। ਨਹੀਂ, ਉਹ ਇੱਕ ਸ਼ਾਰਟ ਟਰਮ ਮੇਜਰ ਹੈਗਾ ਕਿ ਇੱਕ ਵਾਰੀ ਆਪਾਂ ਉਸ ਬਰਾਬਰ 'ਤੇ ਲੈ ਆਈਏ ਜਿੱਥੇ, ਤਾਂ ਕਿ ਦੁਨੀਆ ਦੇ ਵਿੱਚ ਜਿਹੜਾ, ਕਿਉਂਕਿ ਇੱਕਦਮ ਅਚਿੰਤੇ, ਜਿਵੇਂ ਆਪਾਂ ਕਹਿੰਦੇ ਹਾਂ, ਅਚਿੰਤੇ ਸਾਰਾ ਕੁਝ ਹੋਇਆ, ਇੱਕਦਮ ਸਾਰਾ ਕੁਝ ਹੋ ਗਿਆ, ਲੋਕਾਂ ਦਾ ਨੁਕਸਾਨ ਬਹੁਤ ਹੋ ਗਿਆ, ਕਿਸਾਨਾਂ ਦਾ ਬੜਾ ਨੁਕਸਾਨ ਹੋਇਆ, ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋਇਆ, ਹੋਰ ਸਰਕਾਰਾਂ ਦਾ ਬੜਾ ਨੁਕਸਾਨ ਹੈ। ਜੇ ਇਕਨੋਮਿਕ ਨੁਕਸਾਨ ਦੀ ਗੱਲ ਕਰੀਏ ਤਾਂ ਉਹਨੂੰ ਇੱਕ ਵਾਰੀ ਠੀਕ ਕਰਨ ਤੋਂ ਬਾਅਦ ਤੇ ਫਿਰ ਦੁਬਾਰਾ ਸਿਰ ਜੋੜ ਕੇ ਬੈਠ ਕੇ ਇਹਦੇ ਬਾਰੇ ਮੱਦੇਨਜ਼ਰ ਰੱਖ ਕੇ ਕੋਈ ਨਾ ਕੋਈ ਫੈਸਲਾ, ਇੱਕ ਵੱਡਾ ਫੈਸਲਾ ਲੈਣ ਦੀ ਲੋੜ ਹੈ। ਦੂਜਾ ਇਹ ਹੈ ਕਿ ਹਰੇਕ ਇਨਸਾਨ ਦੇ ਵਿੱਚ, ਹਰੇਕ ਪ੍ਰੋਜੈਕਟ ਦੇ ਵਿੱਚ, ਹਰੇਕ ਕੰਮ ਦੇ ਵਿੱਚ ਇਹ ਹੋਵੇ ਕਿ ਸਭ ਤੋਂ ਪਹਿਲਾਂ ਪ੍ਰਾਇੋਰਟੀ ਤੈਅ ਹੋਵੇ। ਅੱਜ ਆਪਾਂ ਇਹ 'ਤੇ ਗੱਲ ਕਰਦੇ ਹੋਏ ਆਪਾਂ ਮਾਸਕ ਪਾਏ ਹੋਏ ਨੇ ਕਿਉਂਕਿ ਸਾਡੀ ਪ੍ਰਾਇੋਰਟੀ ਤੈਅ ਹੋਈ ਹੈ। ਇਸੇ ਤਰੀਕੇ ਨਾਲ ਸਾਡੇ ਹਰ ਇੱਕ ਕੰਮ ਦੀ ਜੇ ਪ੍ਰਾਇੋਰਟੀ ਵਾਤਾਵਰਣ ਤੈਅ ਹੋ ਜਾਏ ਤਾਂ ਬਾਕੀ ਕੰਮ ਉਹਨੂੰ ਮੱਦੇਨਜ਼ਰ ਰੱਖ ਕੇ ਅੱਗੇ ਕੀਤੇ ਜਾਣ ਤੇ ਵਾਤਾਵਰਣ ਠੀਕ ਹੋ ਸਕਦਾ, ਬਹੁਤ ਪੋਸੀਬਲ ਹੈ। ਤੇ ਜੇ ਵਾਤਾਵਰਣ ਠੀਕ ਹੋਏਗਾ ਤਾਂ ਲੋਕਾਂ ਦੀ ਜਿਹੜੀ ਪ੍ਰੋਡਕਟਿਵਿਟੀ ਹੈ ਉਹ 30 ਦਿਨਾਂ ਦੀ ਬਜਾਏ 28 ਦਿਨਾਂ 'ਚ ਹੀ ਉਸ ਤੋਂ ਵੱਧ ਕੰਮ ਕਰ ਸਕਾਂਗੇ ਸਗੋਂ ਅਸੀਂ। ਪਰ ਸਰ, ਇੱਕ ਇਹ ਤੋਂ ਹਟਵਾਂ ਸਵਾਲ ਹੈ ਵੀ ਕਰੋਨਾ ਨੇ ਲੱਗਦਾ ਨਹੀਂ ਸਾਡੀਆਂ ਭਾਵਨਾਵਾਂ ਕਿੱਲ ਕਰ ਦਿੱਤੀਆਂ। ਜਿਵੇਂ ਪਹਿਲੋਂ ਤੁਹਾਨੂੰ ਮਿਲਣ ਆਈਦਾ ਸੀ, ਕਿਵੇਂ ਹੱਥ ਮਿਲਾਈਦਾ ਸੀ, ਜੱਫੀ ਪਾਈਦੀ ਸੀ, ਜਾਂ ਆਪਾਂ ਸੱਜਣ ਮਿੱਤਰ ਕਿਸੇ ਨੂੰ ਮਿਲਦੇ ਸੀ, ਹੁਣ ਇੱਕ ਦੂਜੇ ਤੋਂ ਡਰਦੇ ਆ ਕਿ ਨੇਚਰ ਨੇ ਇਹ ਡਰ ਪੈਦਾ ਕਰਤਾ ਸਾਡੇ 'ਚ। ਨਹੀਂ, ਉਹੀ ਗੱਲ ਆ ਗਈ ਕਿ ਸਾਡੇ ਆਪਣੇ ਕਾਰ ਵਿਹਾਰ, ਸਾਡੀਆਂ ਆਪਣੀਆਂ ਭਾਵਨਾਵਾਂ, ਸਾਡੇ ਆਪਣੇ ਮਿਲਣ ਮਿਲਾਣ ਵੀ ਕਰੋਨਾ ਬੇਸਡ ਹੋ ਗਏ। ਉਸੇ ਤਰੀਕੇ ਨਾਲ ਮੈਂ ਕਿਹਾ ਕਿ ਕਰੋਨਾ ਨੂੰ ਪ੍ਰਾਥਮਿਕਤਾ ਰੱਖ ਕੇ ਹੀ ਬਾਕੀ ਹਰ ਇੱਕ ਕੰਮ ਹੋ ਰਿਹਾ। ਸੋ ਜੇ ਅਸੀਂ ਵਾਤਾਵਰਣ ਨੂੰ ਮੱਦੇਨਜ਼ਰ ਰੱਖ ਕੇ ਬਾਕੀ ਸਾਰੇ ਕੰਮ ਸ਼ੁਰੂ ਕਰ ਦਈਏ ਤਾਂ ਸਾਡੀਆਂ ਇਹ ਪ੍ਰੋਬਲਮਸ ਖਤਮ ਹੋ ਜਾਣ। ਦੂਜੀ ਗੱਲ ਇਹ ਦੇਖਿਆ ਦੁਨੀਆ ਦੇ ਵਿੱਚ ਕਿ ਕਰੋਨਾ ਦਾ ਬੇਸਿਕ ਇਲਾਜ ਲੋਕਾਂ ਦੀ ਇੰਟਰਨਲ ਜਿਹੜੀ ਇਮਿਊਨਿਟੀ ਹੈ ਉਹ ਹੈ। ਸੋ ਇਮਿਊਨਿਟੀ ਕਿੱਥੋਂ ਆਉਣੀ ਹੈ? ਇਮਿਊਨਿਟੀ ਸਾਨੂੰ ਨੇਚਰ ਨੇ ਦੇਣੀ ਹੈ, ਕੁਦਰਤ ਨੇ ਦੇਣੀ ਹੈ। ਸੋ ਕੁਦਰਤ ਤੋਂ ਇਮਿਊਨਿਟੀ ਲੈਣ ਵਾਸਤੇ ਜ਼ਰੂਰੀ ਹੈ ਕਿ ਕੁਦਰਤ ਦਾ ਸੰਤੁਲਨ ਠੀਕ ਰੱਖਿਆ ਜਾਵੇ। ਕੁਦਰਤ ਦੇ ਵਿੱਚ ਬੜੀਆਂ ਨਿਯਮਤਾਂ ਨੇ, ਆਕਸੀਜਨ ਹੈ, ਹੋਰ ਸਾਰੀਆਂ ਗੈਸਾਂ ਨੇ, ਤੁਸੀਂ ਸਾਹ ਲਓਗੇ ਚੰਗੀ ਹਵਾ ਦੇ ਵਿੱਚ ਤੁਹਾਡੀ ਆਪਣੇ ਆਪ ਇਮਿਊਨਿਟੀ ਡਿਵੈਲਪ ਹੁੰਦੀ ਹੈ। ਸੋ ਉਹ ਸਾਰੀਆਂ ਚੀਜ਼ਾਂ ਅਸੀਂ ਤਦੇ ਕਰ ਸਕਦੇ ਹਾਂ ਜੇ ਅਸੀਂ ਕੁਦਰਤ ਨੂੰ ਪ੍ਰਾਥਮਿਕਤਾ ਨੰਬਰ 1 ਦਈਏ, ਜਿਹੜਾ ਕਿ ਸਾਡੇ ਗੁਰੂਆਂ ਨੇ, ਸਾਡੇ ਬਾਬਿਆਂ ਨੇ, ਸਾਡੇ ਪੀਰਾਂ ਫਕੀਰਾਂ ਨੇ ਵੀ ਸਾਨੂੰ ਕਿਹਾ, ਜਿਹੜੀ ਕਿ ਸਾਇੰਸ ਹੈ, ਜਿਹੜੀ ਅੱਜ ਮੌਕੇ ਦੀ ਹੁਣ ਦੀ ਗੌਰ ਤਾਂ ਸਾਇੰਸ ਹੈ। ਸੋ ਸਾਇੰਸ ਵੀ ਸਾਨੂੰ ਦੱਸ ਰਹੀ ਹੈ ਕਿ ਬਈ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਆ ਕੁਦਰਤ। ਇਸੇ ਤਰੀਕੇ ਨਾਲ ਜਿਹੜਾ ਵਰਲਡ ਅਰਥ ਡੇ ਹੈ ਉਹਨੂੰ ਮਨਾਉਂਦੇ ਹੋਏ ਅਸੀਂ ਕੁਦਰਤ ਦੇ ਵਿੱਚ, ਕਿਉਂਕਿ ਅਰਥ ਜਿਹੜੀ ਹੈ ਉਹ ਸਭ ਤੋਂ ਖਮਿਆਜਾ ਜਿਹੜਾ ਹੈਗਾ ਕੁਦਰਤ ਨੂੰ ਦੇ ਨਾਲ ਖਿਲਵਾੜ ਕਰਨ ਦਾ ਇਨਸਾਨ ਵੱਲੋਂ, ਉਹ ਅਰਥ ਨੂੰ ਭੁਗਤਣਾ ਪੈਂਦਾ, ਅਰਥ ਤੇ ਅਰਥ ਦੇ ਵਾਤਾਵਰਣ ਨੂੰ। ਸੋ ਵਰਲਡ ਅਰਥ ਡੇ ਵੀ ਇਸੇ ਕਰਕੇ ਮਨਾਇਆ ਜਾ ਰਿਹਾ ਜਾਂ ਮਨਾਇਆ ਜਾਂਦਾ ਹਰੇਕ ਸਾਲ, ਤਾਂ ਕਿ ਅਸੀਂ ਫੋਕਸ ਕਰ ਸਕੀਏ ਉਹਨਾਂ ਇਸ਼ੂਜ਼ ਦੇ ਉੱਤੇ। ਤੇ ਇਹ ਕਰੋਨਾ ਨੇ ਉਸ ਗੱਲ ਨੂੰ ਫੋਕਸ ਕਰਨ ਵਾਸਤੇ ਹੋਰ ਜ਼ਿਆਦਾ ਪ੍ਰੋਨਾਂਸ ਕਰ ਦਿੱਤਾ। ਜਦੋਂ ਦਾ ਕਰੋਨਾ ਨੇ ਲੋਕਡਾਊਨ ਲਾਇਆ, ਆਮ ਅਸੀਂ ਵੀਡੀਓ ਦੇਖਦੇ ਹਾਂ ਸੜਕਾਂ ਤੇ ਜਿਹੜੇ ਮੋਰ ਆ ਪੈਲਾਂ ਪਾ ਰਹੇ ਆ, ਜੰਗਲੀ ਜਾਨਵਰ ਘੁੰਮ ਰਹੇ। ਕਿਤੇ ਲੱਗਦਾ ਨਹੀਂ ਵੀ ਉਹਨਾਂ ਨੂੰ ਲੱਗਦਾ ਸਾਨੂੰ ਤੇ ਲੋਕਡਾਊਨ ਲੱਗ ਗਿਆ ਇਨਸਾਨ ਨੂੰ, ਉਹ ਕਿਤੇ ਖੁੱਲ੍ਹੇ ਸਾਹ ਲੈ ਰਹੇ, ਖੁਸ਼ੀਆਂ ਮਨਾ ਰਹੇ ਆ? ਨਹੀਂ, ਦੇਖੋ ਇਹ ਤਾਂ ਬੜੀ ਸਪਸ਼ਟ ਹੈ ਕਿ ਇੱਥੇ ਅੱਜ ਕੱਲ੍ਹ ਸਾਡੇ ਉਹ ਚਿੜੀਆਂ, ਉਹ ਜਾਨਵਰ, ਉਹਨਾਂ ਦੀਆਂ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਗਈਆਂ, ਉਹ ਦਿਖਣੇ ਸ਼ੁਰੂ ਹੋ ਗਏ ਜਿਹੜੇ ਕਿ ਪਹਿਲਾਂ ਬਿਲਕੁਲ ਹੀ ਖਤਮ ਹੋ ਗਏ ਸੀ। ਤੁਸੀਂ ਕਿਸੇ ਵੀ ਸ਼ਹਿਰ 'ਚੋਂ ਤੁਹਾਨੂੰ ਦੂਰ ਤੱਕ ਨਜ਼ਰ ਆਉਂਦਾ, ਸਾਡੀ ਜਿਹੜੀ ਸਾਈਟ ਹੈ, ਸਾਨੂੰ ਦੂਰ ਤੱਕ ਦਿਖਦਾ ਸੀ, ਉਹ ਸ਼ੁਰੂ ਹੋ ਗਿਆ। ਸੋ ਇਹ ਕੁਦਰਤ ਨੇ ਆਪਣੇ ਆਪ ਨੂੰ ਰੀਜੂਵੀਨੇਟ ਕਰਨ ਦਾ, ਆਪਣੇ ਆਪ ਨੂੰ ਦੁਬਾਰਾ ਕਾਇਮ ਕਰਨ ਦਾ ਇੱਕ ਬੜਾ ਵੱਡਾ ਇਹਦੇ 'ਚ ਕੰਮ ਸਾਹਮਣੇ ਆਇਆ। ਹਾਲਾਂਕਿ
ਇਹ ਜਿਹੜਾ ਕਰੋਨਾ ਹੈ ਇਹ ਬੜੀ ਨਾਮਰਾਦ ਚੀਜ਼ ਹੈ। ਇਹਨੇ ਦੁਨੀਆ ਨੂੰ ਸਾਰੀ ਦੇ ਵਿੱਚ ਦੇਖੋ ਕਿੰਨੀਆਂ ਡੈਥਸ ਹੋ ਗਈਆਂ, ਕਿੰਨਾ ਇਨਸਾਨ ਕਿੰਨਾ ਡਰ ਗਿਆ। ਇਹਦੇ ਨਾਲ ਇਹ ਵੀ ਪਤਾ ਲੱਗਿਆ ਕਿ ਕੁਦਰਤ ਜਿਹੜੀ ਹੈ, ਕਈ ਵਾਰੀ ਇਨਸਾਨ ਇਹ ਕਹਿੰਦਾ ਸੀ ਵੀ ਕੁਦਰਤ ਕਿਹੜੀ ਚੀਜ਼ ਹੈ। ਅਸੀਂ ਜਿੰਨੇ ਮਰਜ਼ੀ ਦਰਖਤ ਵੱਢ ਦਈਏ, ਅਸੀਂ ਜਿੰਨੇ ਮਰਜ਼ੀ ਧੂਆਂ ਕਰ ਲਈਏ, ਅਸੀਂ ਜਿੰਨੀਆਂ ਮਰਜ਼ੀ ਅੱਗਾਂ ਲਗਾ ਦਈਏ, ਅਸੀਂ ਜਿੰਨਾ ਮਰਜ਼ੀ ਕੋਲਾ ਜਲਾ ਲਈਏ, ਕੁਦਰਤ ਨੇ ਕੁਛ ਨਹੀਂ ਕਹਿਣਾ। ਆਹ ਦੇਖੋ ਕੁਦਰਤ ਨੇ ਇੱਕ ਛੋਟੇ ਜਿਹੇ ਇਨਸੀਡੈਂਟ ਦੇ ਨਾਲ ਹੀ ਦੁਨੀਆ ਹਿਲਾ ਕੇ ਰੱਖ ਦਿੱਤੀ। ਤੇ ਜੇ ਇਸ ਤਰ੍ਹਾਂ ਦੇ ਇਨਸੀਡੈਂਟ ਹੋਰ ਆਉਂਦੇ ਰਹੇ, ਕਿਤੇ ਕੋਈ ਭੁਚਾਲ ਆਉਂਦੇ ਰਹੇ, ਕਿਤੇ ਕੋਈ ਇਹੀ ਜਿਹੜੀ ਵਾਇਰਸਿਸ ਨੇ ਇਸ ਤੋਂ ਬਾਅਦ ਵੀ ਆਉਣ ਵਾਲੀਆਂ ਸਾਇੰਟਿਸਟ ਸਾਨੂੰ ਦੱਸਦੇ ਨੇ, ਤਾਂ ਉਹ ਇਨਸਾਨ ਵਾਸਤੇ ਬਹੁਤ ਹੀ ਖਤਰਨਾਕ ਸਿੱਧ ਹੋ ਰਹੀਆਂ ਨੇ। ਤੇ ਇਹਦਾ ਕਾਰਨ ਬੇਸਿਕਲੀ ਇਹ ਹੈ ਕਿ ਅਸੀਂ ਕੁਦਰਤ ਦੇ ਨਾਲ ਸਾਂਝ ਭਿਆਲੀ ਨਹੀਂ ਪਾਈ, ਅਸੀਂ ਕੁਦਰਤ ਦੇ ਨਾਲ ਪ੍ਰੇਮ ਨਹੀਂ ਪਾਇਆ, ਅਸੀਂ ਕੁਦਰਤ ਦੇ ਖਿਲਾਫ ਜੰਗ ਲੜਦੇ ਰਹੇ। ਲਾਕਡਾਊਨ ਨਾਲ ਪੰਜਾਬ ਨੂੰ ਕੁਦਰਤੀ ਤੌਰ ਤੇ ਵਾਤਾਵਰਣ ਵੱਲੋਂ ਕਿੰਨਾ ਵੱਡਾ ਲਾਭ ਹੋ ਰਿਹਾ? ਦੇਖੋ, ਜੇ ਲਾਭ ਆਪਾਂ ਇਨ ਟਰਮਸ ਆਫ ਸਾਫ਼ ਹਵਾ ਦੇਖੀਏ, ਸਾਫ਼ ਪਾਣੀ ਦੇਖੀਏ, ਤਾਂ ਬਹੁਤ ਵੱਡਾ ਲਾਭ ਹੈ। ਅਸੀਂ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਸਾਡੀ ਕੁਦਰਤੀ ਜਿਹੜੀ ਹਵਾ ਦਾ ਇੰਡੈਕਸ ਦੇ ਵਿੱਚ ਆਕਸੀਜਨ ਦਾ ਇੰਡੈਕਸ ਜਾਂ ਹਵਾ ਦਾ ਇੰਡੈਕਸ ਹੈ ਕਿੰਨਾ, ਉਹ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ। ਸਾਡੇ ਦਰਿਆਵਾਂ ਦੇ ਵਹਾਅ ਜਿਹੜੇ ਨੇ ਉਹਨਾਂ ਦੇ ਵਿੱਚ ਕਿੰਨੀਆਂ ਕੁ ਚੀਜ਼ਾਂ ਘੁਲ ਚੁੱਕੀਆਂ ਨੇ, ਉਹਨਾਂ ਦਾ ਸਾਨੂੰ ਹੁਣ ਪਤਾ ਲੱਗਿਆ। ਤੇ ਸਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਚੀਜ਼ਾਂ ਦਾ ਇਲਾਜ ਕਰਨ ਵਾਸਤੇ, ਕਿ ਜੇ ਪਾਣੀਆਂ ਦਾ ਇਲਾਜ ਕਰਨਾ, ਫੈਕਟਰੀਆਂ ਦੇ ਵਿੱਚ ਜਾਂਦੇ ਪਾਣੀ ਦਾ ਇਲਾਜ ਕਰਨਾ ਹੈ, ਦਰਿਆਵਾਂ ਦੇ ਵਿੱਚ ਜਾਂ ਉਹਦੇ ਵਿੱਚ, ਤਾਂ ਉਹਦਾ ਇਲਾਜ ਵੀ ਹੁਣ ਪਤਾ ਲੱਗੇ ਨੇ ਕਿ ਵੀ ਜੇ ਇੱਥੇ ਤੱਕ ਆ ਗਿਆ ਤਾਂ ਇਸ ਤੋਂ ਅਗਲਾ ਇਲਾਜ ਕੀਤਾ ਜਾ ਸਕਦਾ। ਸਾਨੂੰ ਇਹ ਵੀ ਪਤਾ ਲੱਗਿਆ ਕਿ ਬੁੱਢੇ ਨਾਲੇ ਦੇ ਵਿੱਚ ਕਿਹੜੀ ਉਹ ਚੀਜ਼ ਹੈ ਜਿਹੜੀ ਨੁਕਸਾਨ ਕਰਦੀ ਸੀ। ਕਿ ਫੈਕਟਰੀਆਂ ਦਾ ਪਾਣੀ, ਰੰਗਦਾਰ ਫੈਕਟਰੀਆਂ ਦਾ ਪਾਣੀ ਕੰਮ ਖਰਾਬ ਕਰਦਾ ਸੀ, ਜਾਂ ਡੇਅਰੀਆਂ ਜਿਹੜੀਆਂ ਉਹਦੇ ਉੱਤੇ ਬਣੀਆਂ ਹੋਈਆਂ ਨੇ ਉਹਨਾਂ ਦਾ, ਡੇਅਰੀਆਂ ਦਾ ਜਿਹੜਾ ਮਲਬਾ ਵਿੱਚ ਜਾ ਰਿਹਾ ਉਹ ਕੰਮ ਖਰਾਬ ਕਰਦਾ ਸੀ। ਸੋ ਇਹ ਸਾਰੀਆਂ ਚੀਜ਼ਾਂ ਸਾਇੰਟਿਸਟ ਨੂੰ, ਜਿਹੜੇ ਇਨਵਾਇਰਮੈਂਟਲਿਸਟ ਨੇ, ਉਹਨਾਂ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਵੀ ਇਹਦਾ ਬੜਾ ਵੱਡਾ ਫਾਇਦਾ ਹੋਏਗਾ। ਪਰ ਥੋੜ੍ਹਾ ਜਿਹਾ ਕਣਕ ਦੀ ਵਾਢੀ ਤੇ ਉਹਦੀ ਖਰੀਦ ਵੱਲ ਜਾਈਏ, ਇੱਕ ਪਾਸੇ ਕਰੋਨਾ ਦਾ ਡਰ ਤੇ ਹੁਣ ਮੀਂਹ ਪੈਣ ਲੱਗ ਪਿਆ ਜੀ, ਤੇ ਪੰਜਾਬ ਦੀ ਖਰੀਦ ਦੀ ਸਥਿਤੀ ਕਿੱਥੇ ਕੁ ਖੜੀ ਹੈ? ਦੇਖੋ ਜੀ, ਪੰਜਾਬ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ 85 ਲੱਖ ਏਕੜ ਦੇ ਵਿੱਚ 185-87 ਲੱਖ ਟਨ ਕਣਕ ਪੈਦਾ ਹੋਣੀ ਹੈ, ਜਿਸ 'ਚ 130 ਲੱਖ ਟਨ ਦੇ ਕਰੀਬ ਕਣਕ ਮੰਡੀਆਂ 'ਚ ਆਉਣੀ ਹੈ। ਸੋ ਅਸੀਂ 15 ਤਰੀਕ ਤੋਂ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਕੀਤੀ ਹੈ ਤੇ ਕੱਲ੍ਹ ਸ਼ਾਮ ਤੱਕ ਸਾਡੇ ਕੋਲ 13,85,000 ਟਨ ਕਣਕ ਮੰਡੀਆਂ 'ਚ ਆ ਚੁੱਕੀ ਹੈ, ਜਿਹੜੀ ਕਿ ਪਿਛਲੇ ਸਾਲ ਦੇ 3 ਲੱਖ ਦੇ ਮੁਕਾਬਲੇ ਬਹੁਤ ਜ਼ਿਆਦਾ ਹੈਗੀ ਹੈ। ਤੋ ਬੜੇ ਵੱਡੇ ਲੈਵਲ 'ਤੇ ਕਿਸਾਨਾਂ ਨੇ, ਆੜ੍ਹਤੀਆਂ ਨੇ, ਮਜ਼ਦੂਰਾਂ ਨੇ, ਸਾਡੇ ਮੁਲਾਜ਼ਮਾਂ ਨੇ ਇਹ ਸਾਰੇ ਕੁਝ ਦਾ ਸਾਥ ਦਿੱਤਾ ਹੈ। ਤੇ ਉਹ ਕਰੋਨਾ ਵਾਲੀ ਬਿਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਬੜੀ ਦਿਨ ਰਾਤ ਮਿਹਨਤ ਕਰ ਰਹੇ ਨੇ। ਕਿਸਾਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਆਪਣੇ ਘਰਾਂ ਦੇ ਵਿੱਚ ਫਸਲ ਰੱਖ ਲੈਣ, ਤੇ ਉਹ ਜਿਉਂ-ਜਿਉਂ ਅਸੀਂ ਸੱਦਾ ਪੱਤਰ ਦੇਵਾਂਗੇ ਕੂਪਨ ਦੇ ਤੌਰ ਤੇ ਉਹ ਲੈ ਆਉਣ। ਉਹਦੇ 'ਚ ਕਿਸਾਨਾਂ ਦਾ ਬਹੁਤ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ। ਮੈਨੂੰ ਆਸ ਹੈ ਕਿ ਜੇ ਇਸ ਤਰੀਕੇ ਨਾਲ ਸਾਡਾ ਚੱਲਦਾ ਰਿਹਾ, ਅਸੀਂ ਆਉਣ ਵਾਲੇ 20-25 ਦਿਨਾਂ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਕਣਕ ਹੈ ਉਹਨੂੰ ਖਰੀਦ ਵੀ ਲਵਾਂਗੇ, ਉਹਨੂੰ ਚੁੱਕ ਕੇ ਆਪਣੇ ਗੋਦਾਮਾਂ ਦੇ ਵਿੱਚ ਵੀ ਰੱਖ ਦਿਆਂਗੇ। ਪਰ ਇੱਕ ਬੜਾ ਕਿਸਾਨਾਂ 'ਚ ਵੀ, ਆਪਣੇ ਆੜ੍ਹਤੀ ਵੀ ਕਹਿ ਰਹੇ ਵੀ ਕੂਪਨ ਸਿਰਫ 5 ਦਿੱਤੇ ਜਾਂਦੇ ਆ, ਵੇਟ ਆ, ਲਾਈਨ ਬੜੀ ਲੰਬੀ ਲੱਗੀ, ਇਹਦੇ 'ਚ ਕੋਈ ਸੋਧ ਕਰ ਰਹੇ ਆਪਾਂ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਇੱਕ ਕਾਹਲ ਜਿਹੜੀ ਹੈ ਨਾ, ਉਹ ਸਾਡੇ ਉਹਦੇ ਸਿਸਟਮ ਦੇ ਵਿੱਚ, ਸਾਡੇ ਕਰੈਕਟਰ ਦੇ ਵਿੱਚ ਆ ਚੁੱਕੀ ਹੈ। ਸੋ ਹਰੇਕ ਬੰਦਾ ਇਹ ਕਹਿੰਦਾ ਵੀ ਮੈਨੂੰ ਫਟਾਫਟ ਪਾਸ ਮਿਲ ਜਾਣਾ ਤੇ ਮੈਂ ਆਣ ਕੇ ਆਪਣੀ ਕਣਕ ਸੁੱਟ ਕੇ ਵਿਹਲਾ ਹੋ ਜਾਵਾਂ। ਪਰ ਦੂਜੇ ਪਾਸੇ ਇਹ ਨਾਮਰਾਦ ਬਿਮਾਰੀ ਹੈ ਜਿਹੜੀ ਸਾਡੇ ਵਾਸਤੇ ਫੋਕਸ ਇਹ ਬਣੀ ਹੋਈ ਹੈ, ਤਾਂ ਕਿ ਉਨੇ ਕੁ ਪਾਸ ਅਸੀਂ ਦਈਏ ਜਿੰਨੇ ਕੁ ਲੋਕ ਮੰਡੀਆਂ 'ਚ ਲੈ ਕੇ ਆ ਜਾਣ ਤੇ ਮੰਡੀਆਂ 'ਚ ਭੀੜ ਨਾ ਹੋਵੇ। ਸੋ ਅਸੀਂ ਪੰਜਾਬ ਦੇ ਕੋਈ 25,757 ਆੜ੍ਹਤੀ ਨੇ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ 4.25 ਲੱਖ ਪਾਸ ਜਿਹੜਾ ਹੈਗਾ ਦੇ ਚੁੱਕੇ ਹਾਂ। ਤੇ ਉਹ 4.25 ਲੱਖ ਪਾਸ ਜਾਣ ਦੇ ਬਾਅਦ ਹੀ, ਜਿਵੇਂ ਮੈਂ ਦੱਸਿਆ ਕਿ ਕੋਈ 13 ਲੱਖ ਟਨ ਤੋਂ ਵੱਧ ਸਾਡੇ ਕੋਲ ਜਿਹੜੀ ਹੈ ਕਣਕ ਮੰਡੀਆਂ 'ਚ ਆ ਚੁੱਕੀ ਹੈ ਪਿਛਲੇ ਸਾਲ ਦੇ ਮੁਕਾਬਲੇ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਸਾਰੇ ਕਿਸਾਨ ਵੀਰ, ਸਾਰੇ ਲੋਕ ਆਪਣਾ ਸਬਰ, ਸੰਤੋਖ, ਹੌਸਲੇ ਤੋਂ ਕੰਮ ਲੈਣ। ਸਬਰ ਸੰਤੋਖ ਨਾਲ ਕੰਮ ਜੇ ਚੱਲੇਗਾ ਤਾਂ ਇਹ ਬਿਮਾਰੀ ਫੈਲਣ ਤੋਂ ਬਿਨਾਂ ਆਪਾਂ 130 ਲੱਖ ਟਨ ਮੰਡੀਆਂ ਦੇ ਵਿੱਚੋਂ ਦਾਣਾ ਚੁੱਕ ਕੇ ਕਿਸਾਨਾਂ ਦਾ, ਉਹਨਾਂ ਦੇ ਖਾਤਿਆਂ 'ਚ ਪੈਸੇ ਪਾ ਕੇ ਤੇ ਇਸ ਅਨਾਜ ਨੂੰ ਸਾਂਭ ਲਾਂਗੇ ਤੇ ਇਹ ਅਨਾਜ ਲੋਕਾਂ ਦੇ ਖਾਣ ਪੀਣ ਦੇ ਕੰਮ ਆਏਗਾ। ਪੇਮੈਂਟ ਠੀਕ ਚੱਲ ਰਹੀ ਜੀ? ਪੇਮੈਂਟ ਸਾਡੇ ਕੋਲ ਭਾਰਤ ਸਰਕਾਰ ਤੋਂ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੈ, ਸਾਡੇ ਮੁੱਖ ਮੰਤਰੀ ਸਾਹਿਬ ਲਗਾਤਾਰ ਭਾਰਤ ਸਰਕਾਰ ਨਾਲ ਇਨ ਟੱਚ ਰਹੇ ਤੇ ਉਹਨਾਂ ਤੋਂ ਲਿਮਿਟ ਸਾਡੇ ਕੋਲ ਆ ਚੁੱਕੀ ਹੈ। ਅਸੀਂ ਪਹਿਲੇ 2 ਦਿਨਾਂ ਦੇ ਦੌਰਾਨ ਜਿੰਨੀ ਕਣਕ ਖਰੀਦੀ ਸੀ ਉਹਦੀ ਪੇਮੈਂਟ ਵੀ ਲੋਕਾਂ ਨੂੰ ਕਰ ਚੁੱਕੇ ਹਾਂ। ਪੇਮੈਂਟ ਦਾ ਕੋਈ ਰੌਲਾ ਨਹੀਂ। ਪੇਮੈਂਟ ਜਦੋਂ ਕਿਸਾਨ ਦੀ ਫਸਲ ਵਿਕ ਜਾਂਦੀ ਹੈ, ਦੈਟ ਮੀਨ ਉਹਨੂੰ ਜੇ ਫਾਰਮ ਮਿਲ ਜਾਂਦਾ ਜਾਂ ਤੋਲੀ ਜਾਂਦੀ ਹੈ, ਉਸ ਤੋਂ ਬਾਅਦ 48 ਘੰਟਿਆਂ ਦੇ ਵਿੱਚ ਪੇਮੈਂਟ ਆੜ੍ਹਤੀ ਦੇ ਖਾਤੇ 'ਚ ਆ ਜਾਣੀ ਹੈ ਤੇ ਉਦੋਂ 48 ਘੰਟਿਆਂ ਤੋਂ ਬਾਅਦ ਪੇਮੈਂਟ ਜਿਹੜੀ ਹੈ ਉਹ ਕਿਸਾਨ ਦੇ ਖਾਤੇ ਚਲੀ ਜਾਣੀ। ਹੁਣ ਤੱਕ ਕੋਈ ਇਦਾਂ ਦਾ ਤੁਹਾਨੂੰ ਡਰ ਲੱਗਾ ਵੀ
ਕੁਝ ਮੰਡੀਆਂ 'ਚ ਡਿਸਟੈਂਸ ਨਹੀਂ ਰੱਖੀ ਜਾ ਰਹੀ, ਸੋਸ਼ਲ ਡਿਸਟੈਂਸ, ਵੀ ਕਿਤੇ ਟੈਸਟ ਕਰਾਉਣ ਦੀ ਲੋੜ ਹੈ, ਕੋਈ ਕਰੋਨਾ ਦਾ ਡਰ ਹੈ? ਦੇਖੋ, ਸਾਨੂੰ ਫਸਲਾਂ ਇਸ ਤਰ੍ਹਾਂ ਆ ਜਾਂਦੀ ਹੈ ਕਈ ਵਾਰੀ ਕਿ ਜੀ ਕਿਸੇ ਪਰਟੀਕੂਲਰ ਮੰਡੀ ਦੇ ਵਿੱਚ ਡਿਸਟੈਂਸ ਨਹੀਂ ਮੇਨਟੇਨ ਹੋ ਰਿਹਾ ਜਾਂ ਮਾਸਕ ਨਹੀਂ ਪਾਏ ਜਾ ਰਹੇ, ਕਿਉਂਕਿ ਲੇਬਰ ਜਿਹੜੇ ਹੈਗੇ ਨੇ ਕਈ ਵਾਰੀ ਕਾਹਲੀ ਕਰ ਜਾਂਦੇ ਨੇ, ਕਈ ਵਾਰੀ ਇਸ ਤਰ੍ਹਾਂ ਦੀ ਗਲਤੀ ਕਰ ਜਾਂਦੇ ਨੇ। ਸੋ ਉਹਦਾ ਫਿਰ ਸਾਡੇ ਚੀਫ ਸੈਕਟਰੀ ਸਾਹਿਬ ਨੇ ਹੁਕਮ ਕੀਤੇ ਕਿ ਜਿਹੜੀਆਂ ਵੱਡੀਆਂ ਮੰਡੀਆਂ ਨੇ ਪੰਜਾਬ ਦੀਆਂ, ਕੋਈ 300 ਦੇ ਲਗਭਗ, ਜਿੱਥੇ ਜ਼ਿਆਦਾ ਰਸ਼ ਹੁੰਦਾ, ਉਹਨਾਂ ਦਾ ਇੱਕ ਕਰੋਨਾ ਦੇ ਤੌਰ ਦੇ ਉੱਤੇ ਇੱਕ ਸੇਫਟੀ ਆਡਿਟ ਕੀਤਾ ਜਾਵੇ। ਸੋ ਅਸੀਂ ਹਰ ਇੱਕ ਅਫਸਰ ਇਹਨਾਂ ਸਾਰੀਆਂ ਮੰਡੀਆਂ ਚਲਾ ਕੇ ਉਹਨਾਂ ਨੂੰ ਕਿਹਾ ਕਿ ਉੱਥੇ ਜਾ ਕੇ ਦੇਖ ਕੇ ਆਓ ਕਿ ਬਕਾਇਦਾ ਮਾਸਕ ਪਹਿਨ ਰਹੇ ਨੇ, ਫਿਜ਼ੀਕਲ ਡਿਸਟੈਂਸਿੰਗ ਹੋ ਰਹੀ ਹੈ, ਅਤੇ ਅਸੀਂ ਉਹਨੂੰ ਹੋਰ ਜਿਹੜਾ ਹੈਗਾ ਜ਼ਿਆਦਾ ਸਖਤ ਕਰ ਰਹੇ ਹਾਂ। ਤੋ ਮੈਨੂੰ ਖੁਸ਼ੀ ਹੈ ਕਿ ਪਿਛਲੇ 5-7 ਦਿਨਾਂ ਤੋਂ ਜਦ ਇਹ ਕੰਮ ਖੁੱਲ੍ਹਿਆ ਹੈ, ਸਾਡੇ ਕੋਲ ਕੋਈ ਕਰੋਨਾ ਵਾਲਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆਈ, ਅਤੇ ਮੈਨੂੰ ਆਸ ਹੈ ਕਿ ਕਿਸਾਨ ਆਪਣੇ ਸਬਰ ਸੰਤੋਖ ਨਾਲ ਅਤੇ ਹੋਰ ਨਾਲ ਮੰਡੀਆਂ 'ਚ ਰਸ਼ ਨਾ ਕਰਦੇ ਹੋਏ, ਇਹ ਜਿਹੜਾ ਇੱਕ ਤੰਤਰ ਆਪਾਂ ਸਿਸਟਮ ਬਣਾਇਆ, ਇਹਨੂੰ ਸਿਸਟਮ ਨੂੰ ਮੰਨਦੇ ਹੋਏ ਅਤੇ ਆਪਾਂ ਆਉਣ ਵਾਲੇ 25-30 ਦਿਨਾਂ ਦੇ ਵਿੱਚ ਸਾਰੀ ਕਣਕ ਚੁੱਕ ਲਵਾਂਗੇ। ਸੋ ਪੰਨੂ ਸਾਹਿਬ ਦਾ ਕਹਿਣਾ ਇਹ ਵੀ ਕਰੋਨਾ ਪ੍ਰਕੋਪ ਨੇ ਭਾਵੇਂ ਦੁਨੀਆ ਭਰ ਵਿੱਚ ਬਹੁਤ ਤਬਾਹੀ ਮਚਾਈ ਹੈ ਔਰ ਪੰਜਾਬ ਵੀ ਉਤੋਂ ਨਹੀਂ ਬਚਿਆ, ਪਰ ਇੱਕ ਗੱਲ ਕਰੋਨਾ ਨੇ ਬੰਦੇ ਨੂੰ ਸਮਝਾ ਦਿੱਤੀ ਵੀ ਜੇ ਬੰਦੇ ਬਣ ਕੇ ਰਹੋਗੇ, ਜੇ ਵਾਤਾਵਰਨ ਸਾਫ਼ ਹੋਊਗਾ ਤੇ ਫਿਰ ਕਰੋਨਾ ਵਰਗੇ ਵਾਇਰਸ ਆਪਣੇ ਆਪ ਹੀ ਮਰ ਜਾਣਗੇ। ਸੋ ਪੰਜਾਬ ਜਿਹੜਾ ਲੋਕਡਾਊਨ ਨਾਲ ਜਿਵੇਂ ਦੁਨੀਆ ਸਾਰੀ ਸਵੱਛ ਹੋਈ ਆ, ਵਾਤਾਵਰਨ ਵੇਖੋ, ਪੰਜਾਬ ਤੇ ਵੀ ਕਾਫੀ ਉਹਦਾ ਚੰਗਾ ਪ੍ਰਭਾਵ ਪਿਆ। ਔਰ ਨਾਲ ਦੀ ਨਾਲ ਪੰਨੂ ਸਾਹਿਬ ਨੇ ਸੁਝਾਅ ਦਿੱਤਾ ਵੀ ਕੁਦਰਤ ਨੂੰ ਸਾਹ ਲੈਣ ਲਈ ਸਾਨੂੰ ਅਗਲੇ ਸਮੇਂ ਵਿੱਚ ਵੱਡੇ ਫੈਸਲੇ ਲੈਣੇ ਪੈਣਗੇ। ਕੈਮਰਾਮੈਨ ਤਰਸੇਮ ਭੱਟੀ ਦੇ ਨਾਲ ਤਰਲੋਚਨ ਸਿੰਘ, PTC ਨਿਊਜ਼, ਚੰਡੀਗੜ੍ਹ।